सतनाम धन वाहिगुरु साहिब जी। हम मैले तुम उजल करते, हम निर्गुण तू दाता। हम मूरख तुम चतुर सियाणे, तू सर्ब कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा, तू मेरो मेर पर्बत स्वामी। ओट गही मैं तेरी, ना तुम डुल हो ना हम गिरते। रख लीनी हर मेरी, बदबख्त हम चूं बखील गाफिल। बेनज़र बेबाक नानक बुगोयत जन तुरा। तेरे चाकरां पाखाक, नानक बुगोयत जन तुरा। तेरे चाकरां पाखाक। हाजरा हजूर जहरा जहूर सरब कला भरपूर, चबर छतर तखत दे मालिक, रूहानियत दे भंडार, कमाल करामात कायम करीम, रजा बख्श राज़िक रिहाकुन रहीम। अमा बख्श बख्शिन दे ओ दस्तगीर, खता बख्श रोज़ी देहो दिल पजीर। शहनशाह वाली सुखां दे खजाने, दुखां दे मिटनहार। शब्द गुरपीरा गहर गंभीरा, बिन शब्दे जग बोरानंग। साहिब सतगुरु दीन दुनी दे मालिक, श्री गुरु ग्रंथ साहब महाराज जी की पावन हजूरी अंदर जुड़ बैठे इन्हां खास दो रोज़ा समागमां की आप संगतां हाज़री भर रहे हो, जिथे आप धन गुरु तेग बहादुर साहब महाराज जी के पावन स्थान गुरुद्वारा रकाबगंज साहिब लखी शाह बनजारा हॉल दे इस मुकद्दस दरबार की हाज़री भर रहे हो। उत्थे देशां विदेशां विच मीडिया राहीं बेअंत संगतां घर बैठ के इन्हां समागमां दा आनंद लै रही है। आप भावें इत्थे मौजूद हो, भावें घर बैठे हो, पर सच्ची मुच्ची सुरत रूपी आप सारे ही जुड़े हुए हो। सतगुर सच्चे पातशाह बख्शिश करन ऐसे ब्रह्म बेता, ऐसे ब्रह्म बुद्धि, ऐसे समदृष्टि, इक्को ही रूप सतगुरु गुरु नानक साहब महाराज जी के उपदेश नूं कुल कायनात दे विच प्रचार करने वाले संत महापुरख संत बाबा अतर सिंह जी महाराज जी की आप मिठी याद दे विच जुड़ बैठे हो। जिन्ना क समा दास की झोली पिया है, आप संगतां की सेवा कर सकां, आप बख्शो असीस। कोशिश सिर्फ संत महापुरखां दे जीवन के दर्शन। पहला मैं बेनती करदा कि संत अतर सिंह जी ऐसी शख्सियत होए ने जिहड़े सिख जगत दे विच, जिन्हां नूं कल्ले कल्ले सिर्फ ऐसी शख्सियत है जिन्हों सिख कौम वालों संत की उपाधि दे नाल सन्मानित किया गया। ते दूसरा, सिख जगत दे विच जिन्ने नाम जपिया, बंदगी की है, जिन्हें सतगुरु गुरु ग्रंथ साहब जी का उपदेश कमाया,
ਉਹ ਸੰਤ ਮਹਾਂਪੁਰਖ ਸੰਤ ਅਤਰ ਸਿੰਘ, ਉਹਨਾਂ ਦਾ ਨਾਮ ਸੁਣ ਕੇ ਆਪਣੇ ਦਿਲ ਦੇ ਅੰਦਰ ਠੰਡਕ ਮਹਿਸੂਸ ਕਰਦਾ ਹੈ, ਸਿਰਫ ਨਿੰਦਕਾਂ ਨੂੰ ਛੱਡ ਕੇ। ਸੋ ਆਓ ਬਖਸ਼ੋ ਅਸੀਸ, ਕਿਉਂਕਿ ਸੰਤ ਮਹਾਂਪੁਰਖਾਂ ਦੇ ਜੀਵਨ ਦੀ ਵਿਚਾਰ ਕੋਈ ਉਹਨਾਂ ਦੇ ਜੀਵਨ ਦੀ ਤਾਰੀਫ ਨਹੀਂ ਹੁੰਦੀ। ਉਹ ਵੱਡੇ ਗੁਰੂ, ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਗੁਰੂ ਨਾਨਕ ਸਾਹਿਬ ਦੀ ਹੀ ਤਾਰੀਫ ਹੁੰਦੀ ਹੈ। ਬਖਸ਼ੋ ਅਸੀਸ, ਕੋਈ ਵੀ ਰਸਨਾ ਵਿਰਵੀ ਨਾ ਰਹੇ। ਜਿੰਨੇ ਆਪ ਮੌਜੂਦ ਹੋ, ਜਿੰਨੇ ਘਰ ਬੈਠੇ ਹੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਫਤਿਹ ਗੱਜ ਵੱਜ ਕੇ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਮਹਾਂਪੁਰਖਾਂ ਦਾ ਜਨਮ ਪੰਜਾਬ ਦੀ ਮਾਲਵੇ ਦੀ ਧਰਤੀ ਚੀਮਾ ਸਾਹਿਬ ਵਿਖੇ ਹੋਇਆ। 1866 ਉਹਨਾਂ ਦੇ ਜਨਮ ਦਾ ਮਾਰਚ ਮਹੀਨਾ। ਔਰ ਸੰਤ ਮਹਾਂਪੁਰਖਾਂ ਦਾ ਜਨਮ ਜਿਹੜਾ ਹੈ ਉਹ ਐਸੀ ਪਰਿਸਥਿਤੀ ਵਿੱਚ ਹੋਇਆ ਜਿਸ ਸਮੇਂ ਖਾਲਸਾ ਰਾਜ ਚਲਾ ਗਿਆ ਅਤੇ ਅੰਗਰੇਜ਼ਾਂ ਦਾ ਰਾਜ ਸਾਡੇ ਦੇਸ਼ ਦੇ ਵਿੱਚ ਲਾਗੂ ਹੋ ਗਿਆ। ਖਾਸ ਕਰ ਪੰਜਾਬ ਦੀ ਧਰਤੀ, ਲਾਰਡ ਡਲਹੌਜ਼ੀ, ਹੈਨਰੀ ਲਾਰੈਂਸ ਅਤੇ ਜੌਨ ਲਾਰੈਂਸ। ਬਚਪਨ ਦੀ ਉਮਰ ਤੋਂ ਹੀ, 5 ਸਾਲ ਦੀ ਉਮਰ ਤੋਂ ਹੀ ਸੰਤ ਮਹਾਂਪੁਰਖਾਂ ਦੇ ਜੀਵਨ ਦੇ ਕੌਤਕ, ਉਹਨਾਂ ਦੇ ਖੇਡ ਨਿਆਰੇ ਵਰਤੇ ਨੇ। ਉਹਨਾਂ ਦੇ ਪਿੰਡ ਦੇ ਬੱਚੇ ਆਮ ਖੇਡਾਂ ਖੇਡਦੇ ਨੇ, ਪਰ ਸੰਤ ਅਤਰ ਸਿੰਘ ਜੀ ਮਹਾਂਪੁਰਖ ਆਪਣੇ ਮਿੱਤਰ ਦੇ ਨਾਲ ਲੀਰਾਂ ਨੂੰ ਗੰਢ ਲਾ ਕੇ ਮਾਲਾ ਬਣਾ ਕੇ ਤੇ ਰੱਬ ਰੱਬ ਦੀ ਮਾਲਾ ਜਪਦੇ ਨੇ। ਇਹ ਖੇਡਾਂ ਤੋਂ, ਆਰੰਭਤਾ ਤੋਂ ਹੀ, 5 ਸਾਲ ਦੀ ਉਮਰ ਤੋਂ। ਪਿਤਾ ਨੇ ਪੜ੍ਹਨੇ ਪਾਇਆ, ਕਿਉਂਕਿ ਦੇਖੋ ਪਿਤਾ ਨਾਮ ਹੀ ਕਰਮ ਸਿੰਘ ਹੈ, ਤੇ ਜਿਹਦੇ ਉੱਤੇ ਕਰਮ ਹੋਏਗਾ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਬਖਸ਼ਿਸ਼ ਭਰਪੂਰ ਉਹ ਘਰ ਪਰਿਵਾਰ। ਤੇ ਮਾਤਾ ਭੋਲੀ ਜੀ, ਜਿਹਦਾ ਨਾਮ ਹੀ ਭੋਲੀ ਹੈ, ਤੇ ਉਹਨੇ ਆਪਣੀ ਕੁੱਖੋਂ ਇੰਨੀ ਬੰਦਗੀ ਕਰਨ ਵਾਲਾ ਐਸਾ ਸੰਤ ਜਨਮ ਦਿੱਤਾ ਜਿਹਨੇ ਸੱਚੀ ਮੁੱਚੀ ਇਸ ਜਗਤ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਫੁਲਵਾੜੀ ਦਾ ਹੋਰ ਬੀਜ ਖਿਲਾਰਿਆ। 8-9 ਸਾਲ ਦੀ ਉਮਰ ਦੇ ਵਿੱਚ ਜਦ ਸਕੂਲ ਪੜ੍ਹਨੇ ਪਾਉਣ ਲੱਗੇ ਤੇ ਸਕੂਲ ਪੜ੍ਹਨੇ ਨਹੀਂ ਪਾਇਆ। ਪਿੰਡ ਦੇ ਵਿੱਚ ਹੀ ਬਾਬਾ ਰਾਮਦਾਸ ਜੀ ਦਾ ਨਿਰਮਲਿਆਂ ਦਾ ਵਿਦਿਆਲਾ, ਉੱਥੇ ਬਾਣੀ ਦੀ ਵਿਦਿਆ ਵਾਸਤੇ ਭੇਜਿਆ। ਬਾਣੀ ਪੜ੍ਹੀ, ਗ੍ਰੰਥਾਂ ਦਾ ਅਧਿਐਨ ਕੀਤਾ। ਸਮਾਂ ਬਤੀਤ ਹੋਇਆ, ਘਰ ਵਾਲਿਆਂ ਨੇ ਦੇਖਿਆ ਕਿ ਇਹ ਬਾਲਕ ਬੈਠਾ ਹੈ ਤੇ ਬੈਠਾ ਹੀ ਹੈ, ਧਿਆਨ ਵਿੱਚ ਹੈ ਤੇ ਧਿਆਨ ਮਗਨ ਹੀ ਹੈ। ਮੱਝਾਂ ਚਾਰਨ ਭੇਜਦੇ ਹਾਂ ਤੇ ਉੱਥੇ ਬਹਿ ਕੇ ਇਹ ਰੱਬ ਰੱਬ ਜਪਦਾ ਹੈ। ਇਹ ਕੌਤਕ ਨੇ ਬਚਪਨ ਦੇ। 18 ਸਾਲ ਦੀ ਉਮਰ ਹੋਈ, ਫੌਜ ਦੇ ਵਿੱਚ ਭਰਤੀ ਹੋਈ। 1 ਸਾਲ ਤੋਪਖਾਨੇ 'ਚ ਮਸ਼ੱਕਤ ਨਾਲ ਸੇਵਾ ਕੀਤੀ ਸੰਤਾਂ ਨੇ। ਉਸ ਤੋਂ ਬਾਅਦ ਜਿਸ ਵੇਲੇ ਅੰਮ੍ਰਿਤ ਦੀ ਦਾਤ ਰਹੀ, ਐਸੇ ਫੌਜ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਸੰਗਤ ਮਿਲੀ, ਜਿਨ੍ਹਾਂ ਦੇ ਰਾਹੀਂ ਸੰਤਾਂ ਦੇ ਜੀਵਨ ਦੇ ਵਿੱਚ ਵੱਡੀ ਤਬਦੀਲੀ ਆਈ। ਜਿਸ ਵੇਲੇ ਸੰਤ ਮਹਾਂਪੁਰਖ ਨੇ ਅੰਮ੍ਰਿਤ ਦੀ ਦਾਤ ਲੈਣੀ ਸੀ, 4 ਸਿੰਘ ਤੇ ਛਾਉਣੀ ਦੇ ਵਿੱਚ ਇਕੱਠੇ ਸਨ ਸਣੇ ਗ੍ਰੰਥੀ ਸਿੰਘ ਜੀ ਨੂੰ ਮਿਲਾ ਕੇ। ਤੇ ਜਦ ਇਹ ਫੈਸਲਾ ਕੀਤਾ ਗਿਆ ਕਿ ਅੱਜ ਅੰਮ੍ਰਿਤ ਸੰਚਾਰ ਕਿਵੇਂ ਕਰੀਏ, ਕੋਈ ਰਹਿਤ ਬੈਤ ਵਾਲਾ 5ਵਾਂ ਸਿੰਘ ਹਾਜ਼ਰ ਨਹੀਂ ਹੈ, ਇਹਨਾਂ ਨੂੰ ਇੱਕ ਬਾਣੇ ਦੇ ਵਿੱਚ ਤਿਆਰ ਬਰ ਤਿਆਰ ਦੁਮਾਲਾ ਨੀਲਾ ਬਾਣਾ ਸ਼ਸਤਰ ਸਜਾ ਕੇ ਇੱਕ ਸਿੰਘ ਹਾਜ਼ਰ ਹੋਇਆ। ਤੇ ਉੱਥੇ ਸਿੰਘਾਂ ਨੇ ਬੇਨਤੀ ਕੀਤੀ, ਲੱਗਦੇ ਤੇ ਤੁਸੀਂ ਨਾਮ ਬਾਣੀ ਦੇ ਅਭਿਆਸੀ ਹੋ, ਜੇ ਆਏ ਹੋ ਤੇ ਤੁਸੀਂ ਪੰਜਾਂ ਵਿੱਚ ਸ਼ਾਮਲ ਹੋ ਕੇ ਕਰੋ ਫੌਜ ਦੇ ਵਿੱਚ। ਰੰਗ ਰੂਟਾਂ ਦਾ ਇਹ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਇਹ ਨਿਯਮ ਹੁੰਦਾ ਸੀ, ਜਿਹੜਾ ਵੀ ਸਿੱਖ ਰੈਜੀਮੈਂਟ ਦੇ ਵਿੱਚ ਆਏਗਾ, ਪਹਿਲਾਂ ਉਹ ਰਹਿਣੀ ਬਹਿਣੀ ਹਾਸਲ ਕਰੇਗਾ, ਅੰਮ੍ਰਿਤ ਦੀ ਦਾਤ ਹਾਸਲ ਕਰੇਗਾ, ਤਾਂ ਉਹ ਦੇਸ਼ ਦੀ ਸੇਵਾ ਵਿੱਚ ਜੁੜ ਸਕਦਾ ਹੈ। ਤੇ ਉਸ ਨਿਹੰਗ ਸਿੰਘ ਨੇ ਜਿਹੜਾ ਬਚਨ ਆਖਿਆ ਬੜਾ ਕਰਾਮਾਤੀ ਸੀ। ਕਹਿੰਦਾ, ਤੁਸੀਂ ਕੀ ਸੋਚਦੇ ਹੋ ਮੈਂ ਇਉਂ ਆਇਆ ਤੁਹਾਡੇ ਕੋਲ? ਮੈਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪ ਭੇਜਿਆ ਇੱਥੇ। ਸੰਤ ਅਤਰ ਸਿੰਘ ਮਹਾਰਾਜ ਹੋਰਾਂ ਨੇ ਅੰਮ੍ਰਿਤ ਦੀ ਦਾਤ ਲਈ ਤੇ ਸੇਵਾ ਘਾਲਣਾ ਦੇਖੋ। ਉਸੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਕਈ ਸਾਲ ਲੰਗਰ ਪ੍ਰਸ਼ਾਦੇ ਸਫਾਈ ਦੀ ਸੇਵਾ ਕੀਤੀ। ਤੇ ਜਦ ਉਹਨਾਂ ਨੂੰ ਪੁੱਛਦੇ ਠਾਕੁਰ ਸਿੰਘ ਨੂੰ ਕਿ ਤੁਸੀਂ ਘੰਟੇ ਬੱਧੀ ਬੈਠੇ ਹੁੰਦੇ ਹੋ, ਇਉਂ ਲੱਗਦਾ ਇੱਥੇ ਨਹੀਂ ਹੋ, ਤੁਸੀਂ ਜਾਂਦੇ ਕਿੱਥੇ ਹੋ? ਤੇ ਉਹ ਗ੍ਰੰਥੀ ਸਿੰਘ ਕਹਿੰਦੇ, ਅਤਰ ਸਿੰਘ ਆ ਨੇੜੇ ਬੈਠ, ਮੈਂ ਕਿੱਥੇ ਜਾਣਾ ਤੈਨੂੰ ਦੱਸਾਂ। ਕਹਿੰਦੇ ਕਿੱਥੇ? ਕਹਿੰਦੇ ਮੈਂ ਆਪਣੇ ਦੇਸ਼ ਜਾਣਾ।
ਕਹਿੰਦੇ ਉਹ ਕਿਹੜਾ ਦੇਸ ਹੁੰਦਾ ਹੈ? ਕਹਿੰਦੇ ਸੁਣਿਆ ਨਹੀਂ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਾਹੀ ਤਹ ਠਾਉ, ਨਾ ਤਜਵੀਜ਼ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਮੈਂ ਆਪਣੇ ਦੇਸ਼ ਜਾਨਾ, ਮੈਂ ਨਿਰੰਕਾਰ ਦੇ ਦੇਸ਼ ਜਾਨਾ, ਜਿਹੜਾ ਦੇਸ਼ ਸੱਚਾ ਹੈ। ਤੇ ਸੰਤ ਅਤਰ ਸਿੰਘ ਕਹਿੰਦੇ ਭਾਈ ਸਾਹਿਬ ਕਰੋ ਕਿਰਪਾ, ਕਿਤੇ ਮੈਂ ਵੀ ਉਸ ਦੇਸ਼ ਤੇ ਪਹੁੰਚ ਸਕਾਂ। ਫਿਰ 4 ਗੱਲਾਂ ਦਸੀਆਂ। ਪਹਿਲੀ ਗੱਲ, ਕਿਉਂਕਿ ਆਪ ਸਿਮਰਨ ਕਰਨ ਵਾਲੇ, ਬੰਦਗੀ ਕਰਨ ਵਾਲੇ ਬੈਠੇ ਹੋ, ਪਹਿਲੀ ਗੱਲ ਮੈਂ ਆਪ ਸੰਗਤਾਂ ਦੇ ਸਨਮੁਖ ਰੱਖਦਾ। ਇਸ ਗੱਲ ਨੂੰ ਕਰਨ ਤੋਂ ਪਹਿਲਾਂ ਅਸੀਂ ਅੱਜ ਇੰਨੇ ਜ਼ਿਆਦਾ ਪੜ੍ਹੇ ਲਿਖੇ ਵਿਦਵਾਨ, ਇੰਨੇ ਤਰਕ ਗਿਆਨੀ ਹੋ ਗਏ ਹਾਂ, ਤੇ ਸਾਨੂੰ ਵਾਹਿਗੁਰੂ ਜਪਣ ਤੇ ਵੀ ਸ਼ੰਕਾ ਫੜੀ ਹੋ ਜਾਂਦੀ ਹੈ। ਤੇ ਵਾਰੀ ਪੁੱਛਦੇ ਹਾਂ ਇਹ ਵਾਹਿਗੁਰੂ ਕਿੱਥੋਂ ਆਇਆ, ਕਿਹਨੇ ਦਿੱਤਾ? ਭਾਈ ਅੱਜ ਸੁਣ ਲਓ ਸਤਿਕਾਰ ਨਾਲ। ਭਾਈ ਗੁਰਦਾਸ ਜੀ ਦੱਸਦੇ ਆ ਜਿਹੜਾ ਇਹ ਵਾਹਿਗੁਰੂ ਮੰਤਰ ਹੈ, ਇਹ ਗੁਰੂ ਨਾਨਕ ਸਾਹਿਬ ਜੀ ਆਪ ਤੁਰਦਰਦਾਕ ਤੋਂ ਲੈ ਕੇ ਆਏ ਨੇ। ਇਹਦੇ ਬਾਬਤ ਕੋਈ ਸ਼ੱਕ ਨਹੀਂ, ਕੋਈ ਦੋ ਰਾਹ ਨਹੀਂ। ਅਸੀਂ ਕਹਿੰਦੇ ਆਇਆ ਕਿੱਥੋਂ, ਕਿੰਨੇ ਜਪਿਆ, ਕਿਹੜੇ ਗੁਰੂ ਸਾਹਿਬਾਨਾਂ ਵੇਲੇ ਪ੍ਰਚਲਿਤ ਹੋਇਆ? ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰਮੰਤਰ ਗੁਰੂ ਨਾਨਕ ਸਾਹਿਬ ਆਪ ਤੁਰਦਰਗਾਹ ਤੋਂ ਲੈ ਕੇ ਆਏ ਨੇ। ਆਪਾਂ ਪੜ੍ਹਦੇ ਹਾਂ ਵਾਹਿਗੁਰੂ ਗੁਰਮੰਤਰ ਹੈ ਜਪ, ਪਰ ਇੱਕ ਬਚਨ ਚੇਤੇ ਰੱਖਿਓ। ਭਾਈ ਗੁਰਦਾਸ ਜੀ ਕਹਿੰਦੇ ਆ ਸਤ ਰੂਪ, ਇਸ ਬਚਨ ਨੂੰ ਕੰਠ ਕਰਕੇ ਬਜਿਓ, ਕਿਉਂਕਿ ਜਿਨ੍ਹਾਂ ਸੰਤਾਂ ਮਹਾਂਪੁਰਖਾਂ ਦਾ ਜੀਵਨ ਤੁਸੀਂ ਯਾਦ ਕਰ ਰਹੇ ਹੋ, ਉਹਨਾਂ ਨੇ ਇੱਕ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਤੇ ਗੁਰੂ ਦੇ ਸ਼ਬਦ ਤੋਂ ਬਿਨਾਂ ਕੁਝ ਹੋਰ ਨਹੀਂ ਜਪਿਆ। ਸਾਰੀ ਉਮਰ ਕੁਝ ਹੋਰ ਨਹੀਂ ਜਪਿਆ। ਜੇ ਜਪਿਆ ਤੇ ਵਾਹਿਗੁਰੂ ਗੁਰਮੰਤਰ ਜਪਿਆ। ਤੇ ਕੁੱਲ ਦੇਸ਼ ਤੇ ਵਿਦੇਸ਼ਾਂ ਦੀ ਸੰਗਤਾਂ ਦੇ ਵਿੱਚ ਅੱਜ ਵੀ ਸੰਤ ਅਤਰ ਸਿੰਘ ਨੂੰ ਜਦ ਕੋਈ ਯਾਦ ਕਰਦਾ ਹੈ ਤੇ ਮੱਲੋ ਮੱਲੀ ਗੁਰੂ ਨਾਨਕ ਸਾਹਿਬ ਜੀ ਦਾ ਦਿੱਤਾ ਹੋਇਆ ਵਾਹਿਗੁਰੂ ਗੁਰਮੰਤਰ ਨਿਕਲਦਾ ਹੈ। ਇਹ ਜੀਵਨ ਦੀ ਜਾਂਚ ਹੈ। ਸਤ ਰੂਪ ਸਤ ਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ। ਭਾਈ ਗੁਰਦਾਸ ਜੀ ਵਾਹਿਗੁਰੂ ਗੁਰਮੰਤਰ ਕਿੱਥੋਂ ਆਇਆ? ਸਤ ਰੂਪ ਸਤ ਨਾਮ, ਕਹਿੰਦੇ ਸਤ ਰੂਪ ਸਤ ਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ। ਸਾਧ ਸੰਗਤ ਧਰਮਸਾਲ, ਕਹਿੰਦੇ ਸਾਧ ਸੰਗਤ ਸੱਚਖੰਡ ਵਸਾਇਆ, ਕਿਉਂਕਿ ਕਰਤਾਰਪੁਰ ਦੀ ਧਰਮਸਾਲ ਸੀ। ਸਤ ਰੂਪ ਸਤ ਨਾਮ ਸਤਿਗੁਰ ਨਾਨਕ ਦਿਓ ਜਪਾਇਆ, ਕਰਤਾਰਪੁਰ ਧਰਮਸਾਲ, ਸਾਧ ਸੰਗਤ ਸੱਚਖੰਡ ਵਸਾਇਆ, ਵਾਹਿਗੁਰੂ ਗੁਰਮੰਤਰ ਸੁਣਾਇਆ। ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜੇ ਕੁਝ ਜਪਾਇਆ ਸੰਗਤਾਂ ਨੂੰ, ਭਾਈ ਗੁਰਦਾਸ ਕਹਿੰਦੇ ਵਾਹਿਗੁਰੂ ਗੁਰਮੰਤਰ ਹੀ ਜਪਾਇਆ। ਤੇ ਉਸ ਵਾਹਿਗੁਰੂ ਗੁਰਮੰਤਰ ਦੀ ਸੋਝੀ ਦਿੱਤੀ ਜਦ ਸੰਤ ਅਤਰ ਸਿੰਘ ਨੂੰ। ਕਹਿੰਦੇ 4 ਅਵਸਥਾ ਹੈ। ਪਹਿਲੀ ਅਵਸਥਾ ਕਹਿੰਦੇ ਜ਼ੁਬਾਨ ਤੋਂ ਜਪ, ਜਿੰਨਾ ਜਪਿਆ ਜਾਏ ਉਨਾ ਜਪ। ਤੇ ਬਾਣੀ ਕਹਿੰਦੀ ਹੈ ਦਿਨ ਰਾਤੀ ਆਰਾਧੋ ਪਿਆਰੋ, ਨਿਮਕ ਨਾ ਕੀਚੈ ਢੀਲਾ। ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਹਿੰਦੇ ਆ ਸ਼ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ। ਇਹ ਅਵਸਥਾ, ਇਹ ਜਪਣਾ ਤੇ ਜਪ ਕੇ ਸੁਣ ਲੈਣਾ। ਕਹਿੰਦੇ ਫਿਰ ਜਦ ਥੱਕ ਜਾਏ ਨਾ ਜ਼ੁਬਾਨ ਤੋਂ, ਕਹਿੰਦੇ ਫਿਰ ਤੇਰੀ ਜ਼ੁਬਾਨ ਦੀ ਟੀਸੀ ਤੇਰੇ ਮੁਖ ਦੇ ਤਲੇ ਦੇ ਨਾਲ ਵਜੇ, ਚੁੱਪ ਤੇ ਵੱਜਦੀ ਰਹੇ, ਦਿਨ ਰਾਤ ਵੱਜਦੀ ਰਹੇ, ਵਾਹਿਗੁਰੂ ਵਾਹਿਗੁਰੂ ਤੂੰ ਜਪਦਾ ਰਹੇ। ਜੇ ਇਵੇਂ ਜਪੇਂਗਾ ਫਿਰ ਬਸੰਤੀ, ਫਿਰ ਐਸੀ ਅਵਸਥਾ ਹਿਰਦੇ ਵਿੱਚ ਜਪਣ ਦੀ ਪੈਦਾ ਹੋਏਗੀ ਤੇ ਫਿਰ ਗੁਰਮੁਖ ਰੋਮ ਰੋਮ ਹਰ ਧਿਆਵੈ। ਪਰਾ ਅਵਸਥਾ ਤੇ ਪਹੁੰਚੇਗਾ ਤੂੰ, ਜਿਸ ਅਵਸਥਾ 'ਚ ਜਾ ਕੇ ਸੰਤ ਜੀ ਤੁਸੀਂ ਕੁੱਲ ਕਾਇਨਾਤ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਦਿੱਤਾ ਹੋਇਆ ਗੁਰਮੰਤਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਜਿਹੜੀ ਦਾਤ ਹੈ ਅੰਮ੍ਰਿਤ ਦੀ, ਇਹਨੂੰ ਗੁਰੂ ਦੀ ਸੰਗਤਾਂ ਦੀ ਝੋਲੀ ਪਾਓਗੇ। ਇਹ ਕਲਾ ਵਰਤੀ ਹੈ। ਫੌਜ ਦੇ ਵਿੱਚ ਰਹੇ, ਚਿੱਠੀ ਮਿਲੀ, ਪਿਤਾ ਜੀ ਭਾਈ ਉਸ ਵੇਲੇ ਚਲਾਣਾ ਕਰ ਗਏ ਕਰਮ ਸਿੰਘ ਜੀ, ਤੇ ਆਪਣੇ ਪਿੰਡ ਜਾਣ ਦੇ ਬਜਾਏ ਸੰਤ ਅਤਰ ਸਿੰਘ ਗਏ ਕਿੱਥੇ ਨੇ? ਹਜ਼ੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਹਜ਼ੂਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਜਾਪ ਕੀਤਾ ਗੋਦਾਵਰੀ ਦੇ ਕੰਢੇ ਤੇ ਉਹ ਜਾਪ ਇਤਿਹਾਸ ਸੰਤ ਤੇਜਾ ਸਿੰਘ ਦੀਆਂ ਕਿਤਾਬਾਂ ਮਿਲਦੀਆਂ ਨੇ। ਕੀ ਜਪਿਆ? ਇੱਕ ਵਾਹਿਗੁਰੂ ਜਪਿਆ, ਇੱਕ ਮੂਲ ਮੰਤਰ ਜਪਿਆ, ਤੇ ਤੀਸਰਾ ਜਿਹੜਾ ਜਾਪ ਕੀਤਾ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ। ਇੱਕ ਦਿਨ ਨਹੀਂ, 2 ਦਿਨ ਨਹੀਂ, 8 ਦਿਨ ਸਰੀਰ ਤੋਂ ਨਿਰਲੇਪ ਹੋ ਕੇ ਬਿਨਾਂ ਭੋਜਨ ਬਿਨਾਂ ਪਾਣੀ ਛਕੇ ਉਹ ਬੰਦਗੀ ਇਬਾਦਤ 'ਚ ਜੁੜੇ ਰਹੇ। ਕੀ ਗਊ ਘਾਟ, ਕੀ ਐਸਾ ਕੋਈ ਐਸਾ ਥਾਂ ਨਹੀਂ
ਜਿਸ ਥਾਂ ਤੇ ਸੰਤਾਂ ਨੇ, ਭਾਵੇਂ ਸ਼ਿਕਾਰ ਘਾਟ ਹੋਏ, ਭਾਵੇਂ ਗੌਤਮ ਘਾਟ ਹੋਏ, ਸ਼ਿਕਾਰ ਘਾਟ ਦੇ ਵਿੱਚ ਉਹਨਾਂ ਨੇ ਬੈਠ ਕੇ 25,000 ਜਪਜੀ ਸਾਹਿਬ ਦੇ ਪਾਠ ਕੀਤੇ, ਜਿਨ੍ਹਾਂ ਸੰਤਾਂ ਦੀ ਯਾਦ 'ਚ ਤੁਸੀਂ ਬੈਠੇ ਹੋ। ਔਰ 1 ਲੱਖ ਪਾਠ ਉਹਨਾਂ ਨੇ ਗੋਦਾਵਰੀ ਦੇ ਕੰਢੇ ਬੈਠ ਕੇ ਕੀਤੇ ਨੇ। ਸਾਰੇ ਜੀਵਨ ਦੇ ਵਿੱਚ ਅਸੀਂ ਜੇ ਗਿਣੀਏ ਨਾ 1,25,000 ਪਾਠ ਨਹੀਂ ਕਰ ਸਕਾਂਗੇ। ਸਿਰਫ 2 ਸਾਲ ਦੇ ਵਿੱਚ ਉਹਨਾਂ ਸੰਤਾਂ ਹੀ ਮੁਖ ਤੋਂ ਮੱਲੋ ਮੱਲੀ ਉਹਨਾਂ ਲਈ ਲਫ਼ਜ਼ ਮਹਾਰਾਜ ਹੀ ਨਿਕਲਦਾ ਹੈ। ਉਹਨਾਂ ਸੰਤਾਂ ਨੇ 2 ਸਾਲਾਂ ਦੇ ਸਮੇਂ ਦੇ ਵਿੱਚ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਥਾਨ ਤੇ 1,25,000 ਜਪਜੀ ਸਾਹਿਬ ਦੇ ਪਾਠ ਕੀਤੇ ਨੇ। ਤੇ ਵਾਹਿਗੁਰੂ ਗੁਰਮੰਤਰ ਤੇ ਗੋਬਿੰਦੇ ਮੁਕੰਦੇ, ਕਿਉਂਕਿ ਜ਼ੁਬਾਨ ਤੇ ਕੋਈ ਬਾਤ ਨਹੀਂ ਆਉਂਦੀ ਸੀ। ਰਾਗੀ ਹੀਰਾ ਸਿੰਘ ਵੀ ਆਉਂਦੇ ਸੀ, ਕੋਈ ਬਾਤਾਂ ਨਹੀਂ ਹੁੰਦੀਆਂ ਸੀ, ਕਿਉਂਕਿ ਸੁਫਨਾ ਵੀ ਹੀਰਾ ਸਿੰਘ ਨੂੰ ਆਇਆ। ਇੱਕ ਦਿਨ ਗੋਦਾਵਰੀ ਦੇ ਤੁਰਦੇ ਤੁਰਦੇ ਜਾ ਕੇ ਕੰਢੇ 8 ਦਿਨ ਗੋਦਾਵਰੀ ਵਿੱਚ ਖੜ ਕੇ ਉਹਨਾਂ ਨੇ ਇਬਾਦਤ ਕੀਤੀ। ਤੇ ਹੀਰਾ ਸਿੰਘ ਨੂੰ ਸੁਫਨਾ ਆਇਆ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੇਰੇ ਸਿੰਘ ਨੂੰ ਪ੍ਰਸ਼ਾਦਾ ਕਿਹਨੇ ਛਕਾਉਣਾ ਹੈ। ਹੀਰਾ ਸਿੰਘ ਪ੍ਰਸ਼ਾਦਾ ਲੈ ਕੇ ਚਲੇ, 2 ਕਿਲੋਮੀਟਰ ਕੋਈ ਨਹੀਂ ਲੱਭਿਆ, ਵਾਪਸ ਮੁੜ ਗਏ। ਉਸ ਰਾਤ ਫਿਰ ਨੀਂਦ ਨਹੀਂ ਆਈ। ਅਗਲੀ ਰਾਤ ਉੱਠੇ ਸਵੇਰੇ ਤੇ 4 ਕਿਲੋਮੀਟਰ ਅੱਗੇ ਜਾ ਕੇ ਦੇਖਿਆ ਤੇ ਸੰਤ ਜੀ ਪਾਣੀ ਦੇ ਵਿੱਚ ਖੜੇ ਹੋ ਕੇ ਇਬਾਦਤ ਕਰ ਰਹੇ ਨੇ। ਉਹਨਾਂ ਨੇ ਬੇਨਤੀ ਕੀਤੀ, ਸੰਤ ਜੀ ਪ੍ਰਸ਼ਾਦਾ। ਸੰਤ ਜੀ ਨੇ ਅੱਖਾਂ ਖੋਲੀਆਂ, ਤੁਹਾਨੂੰ ਕਿਹਨੇ ਦੱਸਿਆ ਕਿ ਮੈਂ ਇੱਥੇ ਹਾਂ? ਕਹਿੰਦੇ ਉਹ ਬਾਤਾਂ ਤੁਸੀਂ ਜਾਣਦੇ ਹੋ, ਕਿਉਂਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਤੇ ਸੰਤ ਜੀ ਕਹਿੰਦੇ ਨਹੀਂ, ਇਹ ਪ੍ਰਸ਼ਾਦਾ ਨਹੀਂ, ਮੈਂ ਨਹੀਂ ਛਕਾਂਗਾ। ਨਹੀਂ, ਤੁਸੀਂ ਚਲੇ ਜਾਓ, ਤੁਹਾਡਾ ਸਤਿਕਾਰ ਹੈ। ਪਰ ਸੰਤ ਹੀਰਾ ਸਿੰਘ, ਰਾਗੀ ਹੀਰਾ ਸਿੰਘ ਨੇ ਜਿਹੜੀ ਗੱਲ ਕਹੀ ਨਾ, ਉਹ ਕਹਿੰਦੇ ਮੈਂ ਚਲਾ ਤੇ ਜਾਵਾਂਗਾ, ਪਰ ਮੈਨੂੰ ਮੇਰਾ ਗੁਰੂ ਰਾਤੀ ਸੌਣ ਨਹੀਂ ਦੇਗਾ। ਮੇਰੇ ਗੁਰੂ ਦੇ ਵਾਸਤੇ, ਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਪ੍ਰਸ਼ਾਦਾ ਛਕ ਲਓ। ਜੇ ਮੈਂ 2 ਰਾਤਾਂ ਤੋਂ ਨਹੀਂ ਸੁੱਤਾ, ਤੀਸਰੀ ਰਾਤ ਮੈਂ ਸੋ ਸਕਾਂ, ਇਹ ਪ੍ਰਸ਼ਾਦਾ ਛਕ ਲਓ। ਪ੍ਰਸ਼ਾਦਾ ਕਬੂਲ ਕੀਤਾ। 2 ਸਾਲ ਤੋਂ ਬਾਅਦ ਹਰਿਦੁਆਰ, ਰਿਸ਼ੀਕੇਸ਼, ਫਿਰ ਮਾਲਵੇ ਦੀ ਧਰਤੀ। ਦੇਖੋ ਸਮਾਂ ਇੰਨਾ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਦਾਸ 1.5 ਘੰਟਾ ਮਸਤੂਆਣਾ ਸਾਹਿਬ ਹੁਣ ਕਥਾ ਕਰਕੇ ਆਇਆ ਪਿਛਲੇ ਦਿਨ 31 ਜਨਵਰੀ ਤੇ 1 ਫਰਵਰੀ ਨੂੰ। ਸੰਤਾਂ ਦੇ ਸਾਰੇ ਜੀਵਨ ਦੇ ਖੁੱਲ੍ਹਾ ਸਮਾਂ ਸੀ, ਪਰ ਇੱਥੇ ਸਮੇਂ ਦੀ ਜਿੰਨੀ ਕੁ ਮੈਂ ਬਿਲਕੁਲ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਆਪ ਨੇ ਦਾਸ ਦੀ ਝੋਲੀ 'ਚ ਇਹ ਸਮਾਂ ਇੰਨਾ ਵੀ ਪਾਇਆ। ਇਹ ਵੀ ਸਤਿਗੁਰ ਦੀ ਕਿਰਪਾ ਤੇ ਸੰਤਾਂ ਦੀ ਰਹਿਮਤ ਹੈ ਕਿ ਇਸ ਥਾਂ ਤੇ ਆ ਕੇ ਬੋਲ ਲੈਣਾ ਬੜੀ ਵੱਡੀ ਬਖਸ਼ਿਸ਼ ਹੈ। ਐਡੇ ਜੋਗੇ ਨਹੀਂ ਹੈਗੇ। ਮਾਲਵੇ ਦੀ ਉਹ ਬੰਜਰ ਧਰਤੀ ਜਿੱਥੇ ਲੋਕੀ ਮਲਵਈ ਗਿੱਧਾ ਕਰ ਕਰਕੇ ਨਹੀਂ ਥੱਕਦੇ ਸਨ, ਲੱਚਰ ਗਾਇਕ ਉੱਥੇ ਆ ਕੇ ਨਸ਼ਿਆਂ ਦਾ ਪ੍ਰਚਾਰ ਕਰ ਰਹੇ ਸਨ। ਸੰਤਾਂ ਦਾ ਉੱਥੇ ਸਮਾਗਮ ਰੱਖਿਆ ਗਿਆ ਤੇ ਪਿੰਡ ਵਾਲਿਆਂ ਨੇ ਕਿਹਾ ਸਾਡਾ ਨਸ਼ਾ ਕੌਣ ਖਰੀਦੇਗਾ, ਕਿਉਂਕਿ ਸੰਤ ਅਤਰ ਸਿੰਘ ਜੀ ਦੀ ਐਸੀ ਸ਼ਖਸੀਅਤ ਸੀ, ਜਿਸ ਪਿੰਡ ਵਿੱਚੋਂ ਲੰਘ ਜਾਂਦੇ ਸੀ ਸਾਰੇ ਸਹਿਜਧਾਰੀ ਵੀ ਅੰਮ੍ਰਿਤਧਾਰੀ ਹੋ ਜਾਂਦੇ ਸੀ। ਇੱਕ ਨਹੀਂ, ਹਜ਼ਾਰਾਂ ਸਿੱਖ ਇੱਕ ਵਾਰ ਦੇ ਵਿੱਚ ਅੰਮ੍ਰਿਤ ਦੀ ਦਾਤ ਲੈਂਦੇ ਸਨ। ਤੇ ਉਹਨਾਂ ਨੇ ਕੀ ਕੀਤਾ, ਕਹਿੰਦੇ ਜਿਸ ਦਿਨ ਉੱਥੇ ਸਮਾਗਮ ਹੈ ਸੰਤਾਂ ਦਾ, ਕਹਿੰਦੇ ਉਹਦੇ ਸਾਹਮਣੇ ਅਖਾੜਾ ਲਾਤਾ, ਇੱਕ ਗਾਉਣ ਵਾਲੀ ਨਚਾਰ ਨੂੰ ਬੁਲਾ ਲਿਆ, ਕਹਿੰਦੇ ਸਾਰੇ ਆਪੇ ਮੁੜ ਜਾਣਗੇ, ਉੱਥੇ ਹੀ ਚਲੇ ਜਾਣਗੇ। 10 ਵਜੇ ਸੰਤਾਂ ਨੇ ਸ਼ੁਰੂ ਕਰਨਾ ਸੀ ਕੀਰਤਨ ਤੇ 10 ਵਜੇ ਹੀ ਅਖਾੜਾ ਸ਼ੁਰੂ ਹੋਣਾ ਸੀ, ਪਰ ਸੰਤ ਜੀ ਕਹਿੰਦੇ ਅਸੀਂ 9:45 ਵਜੇ ਬੈਠਾਂਗੇ। 9:45 ਵਜੇ ਕੀਰਤਨ ਸ਼ੁਰੂ ਕੀਤਾ, ਕਹਿੰਦੇ ਉੱਥੇ ਹੀ ਕੀਰਤਨ ਹੋਏਗਾ, ਉੱਥੇ ਹੀ ਥਾਂ, ਉਸੇ ਦਿਨ 9:45 ਕੀਰਤਨ ਸ਼ੁਰੂ ਕੀਤਾ। ਗਾਉਣ ਵਾਲੀ ਆਈ, ਅਖਾੜੇ ਦੇ ਸਟੇਜ ਵੱਲ ਜਾਣ ਲੱਗੀ, ਪਰ ਸੰਤਾਂ ਦੀ ਆਵਾਜ਼ ਕੰਨਾਂ 'ਚ ਪਈ। 4 ਘੰਟੇ ਪੰਡਾਲ ਵਿੱਚ ਜਾ ਕੇ ਸੰਤਾਂ ਦੇ ਚਰਨਾਂ 'ਚ ਬੈਠ ਕੇ ਉਹਨੇ ਕੀਰਤਨ ਸੁਣਿਆ ਤੇ ਸਾਰੇ ਪਿੰਡਾਂ ਦੇ ਲੋਕ ਜਿਹੜੇ ਉੱਥੇ ਅਖਾੜੇ ਨੂੰ ਦੇਖਣ ਆਏ ਸੀ ਉਹ ਸਾਰੇ ਅੰਮ੍ਰਿਤਧਾਰੀ ਹੋਏ। ਜੇ ਮੈਂ ਇੱਕ ਦੇਖੋ, ਭਾਵੇਂ ਪੋਠੋਹਾਰ, ਭਾਵੇਂ ਰਾਵਲਪਿੰਡੀ, ਪੇਸ਼ਾਵਰ ਦੀ ਸੰਗਤਾਂ, ਕਿਹੜਾ ਜ਼ਿਕਰ ਕਰੀਏ। ਜੇ ਅੱਜ ਤੁਸੀਂ ਆਪਣੇ ਬਜ਼ੁਰਗਾਂ ਨੂੰ ਜੇ ਜੀਵਤ ਹੋਣ ਤੇ ਪੁੱਛਿਓ, ਭਾਵੇਂ ਕੋਈ ਪੋਠੋਹਾਰ ਤੋਂ ਹੈ, ਕੋਈ ਕਲੌਰ ਤੋਂ ਹੈ, ਕੋਈ ਰਾਵਲਪਿੰਡੀ ਤੋਂ ਹੈ, ਦਾਅਵੇ ਨਾਲ ਦਾਸ ਗੁਰੂ ਕੀ ਸੰਗਤ ਦੇ ਵਿੱਚ ਕਹਿ ਸਕਦਾ ਜੇ ਉਹਨਾਂ ਨੇ ਅੰਮ੍ਰਿਤ ਛਕਿਆ ਹੋਏਗਾ ਰਾਵਲਪਿੰਡੀ ਪੋਠੋਹਾਰ ਦੀ ਸੰਗਤਾਂ ਤੇ ਸੰਤ ਅਤਰ ਸਿੰਘ ਜੀ ਦੇ ਹੱਥੋਂ ਹੀ ਛਕਿਆ ਹੋਏਗਾ। ਇਹ ਸੱਚ ਹੈ, ਸਾਡੇ ਬਜ਼ੁਰਗਾਂ ਨੇ। ਇਹ ਜੇ ਅੱਜ ਸਿੱਖੀ ਆਈ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਜਿਹੜਾ ਸੰਤ ਮਿਲਦਾ ਬੰਦਗੀ ਕਰਨ ਵਾਲਾ, ਉਹ ਪੂਰਬਲੇ ਕਰਮਾਂ ਨਾਲ ਮਿਲਦਾ ਹੈ। ਸਤਿਗੁਰ ਜੀ ਦਾ ਬਚਨ ਹੈ, ਸੰਤ ਸ਼ਰਨ ਜੋ ਜਨ ਪਰੇ ਸੋਧਨ ਉਦਰਨਹਾਰ। ਕਿਉਂਕਿ ਸੰਤ ਬਾਬਤ ਬੜੇ ਲਫ਼ਜ਼ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ। ਸੰਤ ਕੌਣ ਹੈ? ਕੌਣ ਹੈ ਭਗਤ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਉਹਦੇ ਮਨ ਦੀ ਅਵਸਥਾ ਇੰਨੀ ਨਿਰਮਲ ਹੈ, ਉਹਦੇ ਕੋਲ ਮਤ ਹੈ, ਪਰ ਮਤ ਹੋਣ ਤੋਂ ਬਾਅਦ ਵੀ ਉਹ ਇਆਣਾ ਬਣਿਆ ਹੋਇਆ। ਉਹਦੇ ਕੋਲ ਤਾਣ ਹੈ, ਤਾਣ ਹੋ ਕੇ ਵੀ ਨਿਤਾਣਾ। ਉਹਦੇ ਕੋਲ ਭਾਵੇਂ ਆਪਣੇ ਤਨ ਤੇ ਪੈਣ ਨੂੰ ਲੀੜਾ ਨਹੀਂ, ਅੱਧੀਆਂ ਚੀਜ਼ਾਂ ਨੇ ਵਰਤਣ ਨੂੰ, ਪਰ ਅੱਧੀਆਂ ਵਿੱਚੋਂ ਵੀ ਉਹ ਵੰਡ ਕੇ ਦਿੰਦਾ, ਛਕਦਾ। ਸਤਿਗੁਰ ਜੀ ਦੀ ਬਾਣੀ ਦਾ ਬਚਨ ਹੈ,
मत हुंदी होए इयाणा, ताण होंदे होए निताणा, अण होंदे आप जनाए, को ऐसा भगत सदाए। ये है संत अतर सिंह जी के जीवन की परिभाषा। जो संत की परिभाषा, इसलिए पंथ दे विच इक्को एक संत की उपाधि मिली है, वो संत अतर सिंह नूं। क्यों? क्योंकि पूरे गुरु ग्रंथ साहब जी दे विच जिथे संत साध महापुरख के बचन आउणगे, वो संत अतर सिंह जी के जीवन ते टुकदे ने, पूर्ण रूप दे विच टुकदे ने। पोठोहार की धरती ते प्रचार, उथे भावें बिशन सिंह बेदी होर उथे ठाकुर निहाल सिंह नूं अगे तोरना वरसाना, उन्होंने हज़ारां लखां प्राणी नूं अमृत छकाउणा। पेशावर की धरती ते गए, उथे हुखे पढ़ के पठान बैठे सन सूफी, कहते हम सूफी होते हैं। तो जब संतां ने देखा हुक्का पींदे ने, सिखां ने कहा कि संत जी इत्थे पैर ना पायो, तुसी पाक पवित्र निर्मल रूहो, ये हुक्का पींदे ने, नशा करते हैं। पर संत जी कहते की होया, असी गुरु नानक साहब वालों वरसाए हुए हैं, असी गुरु गोबिंद सिंह साहब तो वरसाए हुए हैं, आ जीवन समर्पित किया। जे इन्हां नूं नहीं असी सच्ची गल दस सके, फिर साडे आउण दा मनोरथ की। उन्होंने पक्के राग दे विच शब्द पढ़िया, क्योंकि मैं हुणे दस रहा, वो मालवे की धरती, बंजर धरती जिहड़ी नाचार हो चुकी सी, जिहड़ी गिद्धियां वास्ते मशहूर हो चुकी सी, संत अतर सिंह जी ने उन्होंने ढोलकियां छैणे ते आसा की वार दियां जोटियां कीर्तन करन लाता। वो सिख, वो लोग जिहड़े गाने गाउंदे सी लच्चर, उन्हां दे मूँह ते जोटियां रूप धारना रूप शब्द गवाउण लाता। संत अतर सिंह ने तिलंग महला पहला उत्थे शब्द पढ़िया, यख अर्ज गुफ्तम पेश तो दरगोस कुन करतार, हका कबीर करीम तू बेऐब परवदगार, दुनिया मुकामे फानी तहकीक दिलदानी, ममसर मुहे इजराइल गिरफ्तह दिल हेच नादानी, जन पिसर पदर बिरादरां कसनेस दस्तंगीर, आखर बेफ्तम कशना दारद चूं शब्द तकबीर, जदे तुक गाई आखर बेफ्तम कशना दारद चूं शब्द तकबीर, के जिन्हां हत्थां तो असी हुक्के फड़ी बैठे हाँ, अंत वेले इन्हां हुक्कियां ने सानू नहीं पार ब्रह्म परमेश्वर की दरगाह च वड़न देना। उन्हां सारे पठाना ने उस धरती पेशावर की धरती ते तीली ला के हुक्कियां नूं अग लाती, ते संत अतर सिंह जी के चरणों च आके गुरु नानक साहब की बाणी के शब्द सुने। आ जीवन सी, आ जीवन देखो। विचारण वाला गुरु ग्रंथ साहब जी की बाणी च कबीर साहब का एक बचन पढ़ो, खुश्क ज्ञानी इत्थे प्रवान नहीं है, क्या पढ़ी है क्या गुनी है, क्या वेद पुराना सुनी है, पढ़े सुने क्या हुई जो सहज ना मिलियो। ते संत अतर सिंह जी ने किन्हां नूं वरसाया, संत तेजा सिंह जी नूं। लाहौर की धरती दे देखो चुंज ज्ञानी सन, तेजा सिंह जी की तुसीं किताब पढ़ो दूसरा भाग, कहंदे वो आप कहंदे मैं चुंज ज्ञानी सी, कहंदे गुरु ग्रंथ साहब जी दे अगे मत्था टेकण नूं कहंदे मेरा मन नहीं मनदा सी। लाहौर की धरती तो, क्योंकि वो पहला अंग्रेज़ों की नौकरी करते रहे, MA LLB की उन्होंने, फिर उस तो बाद उन्होंने चिट्ठी लिखी सुंदर सिंह मजीठीए नूं, खालसा कॉलेज के वाइस प्रिंसीपल बने। पर जिस दिन खालसा कॉलेज की सरदल ते आया, मल्लो मल्ली गुरु ग्रंथ साहब जी के अगे सीस झुक गया, तो तन के अंदर मन के अंदर वेदन सी कि है कोई ऐसो हौमै तोरे, कोई ऐसा है जिहड़ा अंदर दा हौमै दा पर्दा तोड़ दे, कोई ऐसा संत है जिस संत नूं जो दीसै गुरसिखड़ा तिस निव निव लागों पाए जियो, आखां बिरथा जी की गुरसज्जन दे मिलाए जियो, सोई 10 उपदेसड़ा मेरा मन अनंत ना काहूं जाए जियो, हों आया दूरों हों चल कै मैं तक्की तो शरनाई जियो। अकाल तखत साहब दे बाहर संत शाम सिंह कीर्तन करते सन, उन्हां दे चरनां 'च मत्था टेकिया संत तेजा सिंह ने कि मेरे दिल की वेदन सिर्फ संत ही कोई बंदगी वाला जान सकता है। तो उत्थे शाम सिंह पता की कहंदे, कहंदे तेजा सिंह इत्थे नहीं, कहंदे कित्थे, कहंदे सुनिया लाहौर की धरती ते संत अतर सिंह आए हुए ने, आ पढ़ियो, आ देखो बिद किवें है, ये गुरु बनाउंदा है बिद, ये तो अंतर की। क्योंकि फिर ये गुरु अर्जुन साहब का बचन पल्ले बन के रखियो कि ब्रह्म ज्ञानी की गत ब्रह्म ज्ञानी जान है, ये अवस्था कोई होर नहीं जान सकता। लाहौर की धरती ते जब पहली बारी मुखातिब होए ना संतां तो, कई घंटे चरनां दे विच मस्तक रख दिता, विराग पैदा हो गया। देखो ये विच ये ना समझियो कि किसी की देह की पूजा है। तुसी जे एक बारी वाहिगुरू गुरमंत्र नूं अंतर की भावना नाल जपना शुरू करोगे ना, फिर तुहानूं लगेगा कि संत शरण जो जन परे सो जन उदरन हार, संत की निंदा नानका
ਬਹੁਰ ਬਹੁਰ ਅਵਤਾਰ। ਸੰਤ ਜੀ ਦਾ ਇੱਕ ਵਾਕਿਆ ਹੋਰ ਹੈ, ਭਾਵੇਂ ਉਹ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਕਈ ਘਟਨਾਵਾਂ ਇਸ ਤਰ੍ਹਾਂ ਦੀ ਹੈ। ਅੰਗਰੇਜ਼ਾਂ ਨੇ ਲਾਲ ਕਿਲ੍ਹੇ ਦੇ ਵਿੱਚ ਜਦ ਇੱਥੇ 5th ਕਿੰਗ UK ਦਾ ਆਇਆ, ਉਹਨੇ ਕਿਹਾ ਮੈਂ ਸਾਰੇ ਧਰਮਾਂ ਦੀ ਕਾਨਫਰੰਸ ਕਰਨੀ ਹੈ, ਸਾਰੇ ਧਰਮਾਂ ਦੇ ਗ੍ਰੰਥ ਅਤੇ ਸਾਰੇ ਧਰਮਾਂ ਦੇ ਗਿਆਨੀ ਲੋਕਾਂ ਨੂੰ ਬੁਲਾਓ। ਪਿਛਲੇ ਸਾਲ ਵੀ ਮੈਂ ਇਹ ਬੇਨਤੀ ਕਰਕੇ ਗਿਆ ਸੀ। ਜਦ ਸਾਰੇ ਧਰਮਾਂ ਦੇ ਕੋਈ ਆਪਣੀ ਕੁੱਛੜ ਰੱਖ ਕੇ ਲਿਆਇਆ, ਕੋਈ ਪੇਟੀ ਵਿੱਚ ਬੰਦ ਕਰਕੇ ਲਿਆਇਆ, ਕੋਈ ਕਿਵੇਂ ਲੈ ਕੇ ਆ ਰਿਹਾ, ਕੋਈ ਕਿਵੇਂ, ਕੋਈ ਗੱਡੇ ਉੱਤੇ, ਕੋਈ ਗੱਡੀ ਵਿੱਚ ਲੈ ਕੇ ਆ ਰਿਹਾ। ਅਤੇ ਉਸ ਵੇਲੇ ਸਿੱਖਾਂ ਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੋਇਆ ਕਿ ਅੱਜ ਸਾਡੀ ਕੋਈ ਕਮਾਨ ਫੜਨ ਵਾਲਾ ਹੈ, ਅਤੇ ਇਸ ਸਮੇਂ ਸਿੱਖਾਂ ਦੇ ਵਿੱਚ ਸਿਰਫ ਔਰ ਸਿਰਫ ਸੰਤ ਅਤਰ ਸਿੰਘ ਨੇ, ਕਿਉਂਕਿ ਸਿੱਖ ਐਡੂਕੇਸ਼ਨਲ ਕਾਨਫਰੰਸ ਦੇ ਵਿੱਚ ਕਈ ਵਾਰੀ ਪ੍ਰਧਾਨਗੀ ਕਰ ਚੁੱਕੇ ਨੇ। ਜਿਸ ਵੇਲੇ ਹੁਣ 1921 ਦੇ ਵਿੱਚ ਵਾਪਰਿਆ ਹੋਇਆ ਨਨਕਾਣਾ ਸਾਹਿਬ ਦਾ ਸਾਕਾ 2021 100 ਸਾਲਾ ਆ ਰਿਹਾ, ਸੰਤ ਅਤਰ ਸਿੰਘ ਮਹਾਰਾਜ ਸਨ, ਸਾਕਾ ਵਰਤਿਆ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕਾਲੀ ਦਸਤਾਰ ਹੀ ਬੰਨੀ ਹੈ ਰੋਸ ਵਜੋਂ, ਉਸ ਸਾਕੇ ਦੇ ਵਿਰੋਧ ਦੇ ਵਾਸਤੇ। ਅਤੇ ਇਸ ਰੂਪ ਦੇ ਵਿੱਚ ਜਿਸ ਵੇਲੇ 1917 ਦੇ ਵਿੱਚ ਬੰਗਾਲ ਦੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਕਿ ਅਸੀਂ ਇੱਥੇ ਯੂਨੀਵਰਸਿਟੀ ਬਣਾਉਣ ਲੱਗੇ ਹਾਂ ਅਤੇ ਤੁਸੀਂ ਆ ਕੇ ਨੀਂਹ ਪੱਥਰ ਰੱਖੋ, ਐਸੀ ਸ਼ਖਸੀਅਤ ਜਿਨ੍ਹਾਂ ਨੇ ਨਾ ਸਿਰਫ ਅਧਿਆਤਮਕਤਾ ਦੇ ਵਿੱਚ ਸਿਖਰ ਹਾਸਲ ਕੀਤਾ, ਪਰ ਵਿੱਦਿਆ ਦੇ ਵਿੱਚ ਐਸਾ ਸਿਖਰ ਹਾਸਲ ਕੀਤਾ ਕਿ ਸਾਨੂੰ ਸੰਤ ਤੇਜਾ ਸਿੰਘ ਵਰਗੇ ਦੇ ਗਏ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਜ਼ਿਕਰ ਵੀ ਹੈ। ਦੇਖੋ, ਸੰਤਾਂ ਦੇ ਜੀਵਨ ਦੇ ਵਿੱਚ ਇਹ ਵਾਪਰਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ? ਇਹ ਪੂਰਨ ਰੂਪ ਨੇ। ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤਖਤ 'ਤੇ ਬਿਰਾਜਮਾਨ ਨੇ, ਵਾਹਿਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਤੇ ਕੋਈ ਸ਼ੰਕਾ ਨਹੀਂ। ਭਾਵੇਂ ਉਸ ਸਮੇਂ ਆਰਿਆ ਸਮਾਜੀ ਨੇ ਵੀ ਬੜਾ ਜ਼ੋਰ ਪਕੜਿਆ ਹੋਇਆ ਸੀ, ਭਾਵੇਂ ਹੋਰ ਵੀ ਬਹੁਤ ਸੀ, ਨਸ਼ਿਆਂ ਦਾ ਵੀ ਪ੍ਰਚਾਰ ਸੀ। ਅੰਗਰੇਜ਼ਾਂ ਨੇ ਇਹ ਕਿਹਾ ਕਿ ਤੁਮ ਵੀ ਆਪਣੇ ਗੁਰੂ ਕੋ ਲੈ ਕੇ ਆਓ, ਅਤੇ ਉਸ ਵੇਲੇ ਸੰਤ ਅਤਰ ਸਿੰਘ ਨੂੰ ਬੇਨਤੀ ਕੀਤੀ, ਅਤੇ ਸੰਤਾਂ ਨੇ ਕਿਹਾ ਫਿਰ ਜੇ ਲੈ ਕੇ ਜਾਣਾ ਗੁਰੂ ਸਾਹਿਬ ਨੂੰ, ਕਹਿੰਦੇ ਫਿਰ ਐਂ ਨਹੀਂ ਲੈ ਕੇ ਜਾਣਾ। ਕਹਿੰਦੇ ਕੀ? ਕਹਿੰਦੇ ਹਾਥੀ ਮੰਗਾਓ, ਸੋਹਣਾ ਸੋਨੇ ਦੀ ਪਾਲਕੀ, ਸੋਹਣਾ ਦੀਵਾਨ, ਸੋਹਣਾ ਤਖਤ ਸਜਾਓ, ਹਾਥੀ ਉੱਤੇ ਸਵਾਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲੈ ਕੇ ਜਾਵਾਂਗੇ। ਅਤੇ ਜਿਸ ਵੇਲੇ ਲਾਲ ਕਿਲ੍ਹੇ ਦੇ ਦਰਵਾਜ਼ਿਆਂ ਜਿੱਥੇ ਕਾਨਫਰੰਸ ਹੋ ਰਹੀ ਸੀ, ਸਾਰੇ ਬੈਠੇ ਹੈ, ਹਾਥੀ ਤੇ ਤਖਤੋ ਤਾਜਾਂ ਦੇ ਮਾਲਕ, ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ, ਅਮਾ ਬਖਸ਼ ਬਖਸ਼ਿੰਦਿਓ ਦਸਤਗੀਰ ਖਤਾ ਬਖਸ਼ ਰੋਜ਼ੀ, ਦੇਹੋ ਦਿਲ ਪਜ਼ੀਰ ਕੇ ਸ਼ਹਿਨशाह खूबी, ਦੇਹੋ ਰਹਿ ਨਮੂ ਕੇ ਬੇਗੂਨੋ ਬੇਚੂਨੋ ਚੂੰ ਬੇਨਮੂ, ਸ਼ਬਦ ਗੁਰਪੀਰਾ। ਉਹ ਤਖਤ, ਉਹ ਤਖਤੇ ਤੇ ਹਾਥੀ ਦੇ ਉੱਤੇ ਸਵਾਰ ਹੋ ਕੇ ਜਿਸ ਵੇਲੇ ਮਹਾਰਾਜ ਜੀ ਦੀ ਸਵਾਰੀ ਆਈ, ਤੇ ਅੰਗਰੇਜ਼ ਖੜੇ ਹੋ ਗਏ, ਇਹ ਕੌਣ ਆਇਆ? ਇਹ ਕੌਣ ਹੈ? ਕਹਿੰਦੇ ਇਹ ਕੌਣ ਹੈ? ਕਹਿੰਦੇ ਇਹ ਸਿੱਖਾਂ ਦੇ ਗੁਰੂ ਆਏ ਨੇ। ਕਹਿੰਦੇ ਦੁਨੀਆ ਦੇ ਬੜੇ ਗੁਰੂ ਦੇਖ ਲਏ ਇੱਥੇ, ਕਹਿੰਦੇ ਪਾਰਸੀ ਵੀ ਲਿਆਏ ਇੱਥੇ, ਆਪਣੇ ਜੈਨੀ ਵੀ ਲਿਆਏ, ਬੋਧੀ ਵੀ ਲਿਆਏ ਇੱਥੇ, ਸਨਾਤਨੀ ਵੀ ਲਿਆਏ, ਵੇਦ ਸਭ ਕੁਝ ਦੇਖ ਲਏ, ਇਹ ਕੌਣ ਹੈ? ਤੇ ਉਸ ਹਾਥੀ ਦੇ ਉੱਤੇ ਚੌਰ ਬਰਦਾਰੀਆ ਸੰਤ ਅਤਰ ਸਿੰਘ ਜੀ ਬੈਠੇ ਸਨ। ਹਾਥੀ ਅੰਦਰ ਆਇਆ, ਮਹਾਰਾਜ ਜੀ ਦੀ ਪਾਲਕੀ ਹਾਥੀ ਤੋਂ ਉਤਾਰੀ ਗਈ। ਸੰਤ ਜੀ ਦੇ ਚਿਹਰੇ 'ਤੇ ਐਸਾ ਜਾਹੋ ਜਲਾਲ ਸੀ। ਉਸ ਵੇਲੇ ਉਹ ਆਰਥਰ ਕਿੰਗ 5th ਕਹਿੰਦਾ ਹੈ ਦੁਨੀਆ ਦੇ ਲੋਕੋ, ਮੈਂ ਜੀਸਸ ਕ੍ਰਾਈਸਟ ਨੂੰ ਨਹੀਂ ਦੇਖਿਆ, ਅਤੇ ਜੇ ਅੱਜ ਤੁਸੀਂ ਮੈਨੂੰ ਪੁੱਛਦੇ ਹੋ ਜੀਸਸ ਕ੍ਰਾਈਸਟ, ਉਹਦਾ ਚਿਹਰਾ, ਉਹਦਾ ਮੋਹਰਾ, ਉਹ ਜਲਾਲ, ਕਹਿੰਦੇ ਅੱਜ ਇਸ ਸੰਤ ਦੇ ਦਰਸ਼ਨ ਕਰ ਲਓ, ਇਹਦੇ ਵਿੱਚੋਂ ਜੀਸਸ ਕ੍ਰਾਈਸਟ ਦਿਸ ਰਿਹਾ। ਇਹ ਉਸ ਅੰਗਰੇਜ਼ ਦੇ ਬਚਨ ਸਨ। ਇਹ ਜਾਹੋ ਜਲਾਲ, ਇਹ ਬੰਦਗੀ। ਦੇਖੋ, ਕਈਆਂ ਦੇ ਘਰ ਗਏ ਨੇ, ਇੱਕ ਦੇ ਘਰ ਗਏ, ਉਹਦਾ ਪਤੀ ਹੁੱਕਾ ਪੀਂਦਾ ਸੀ ਅਤੇ ਸੰਤ ਜੀ ਨੂੰ ਕਬੂਲ ਬੋਲਦਾ ਸੀ, ਪਰ ਉਹਦੀ ਵਹੁਟੀ ਸੇਵਾ ਬੜੀ ਕਰਦੀ ਸੀ। ਸੰਤ ਜੀ ਕਹਿੰਦੇ ਅਸੀਂ ਜਾਵਾਂਗੇ। ਕੀਰਤਨ ਕੀਤਾ ਘਰ ਬੈਠ ਕੇ, ਅੱਗ ਲਾਤੀ ਹੁੱਕੇ ਨੂੰ, ਅਤੇ ਕਹਿੰਦਾ ਅਗਲੇ ਦਿਨ ਹੀ ਸੰਤਾਂ ਤੋਂ ਉਹਨੇ ਖੰਡੇ ਬਾਟੇ ਦੀ ਪਹੁਲ ਲਈ ਹੈ ਐਸੀ। ਅਤੇ ਇੱਕ ਦਿਨ ਜਿਸ ਵੇਲੇ ਉਹ ਗੁਲਾਬ ਸਿੰਘ ਦੇ ਘਰ ਗਏ, ਗੁਲਾਬ ਸਿੰਘ ਦੇ ਘਰ ਔਲਾਦ ਨਹੀਂ ਸੀ, ਮੈਂ ਵਿੱਚੋਂ ਸਾਖੀਆਂ ਕਰ ਰਿਹਾ, ਅਤੇ ਉਹਦੀ ਪਤਨੀ ਦੀ ਵੀ ਉਮਰ ਤਕਰੀਬਨ 45 ਤੋਂ ਲੈ ਕੇ 50 ਸਾਲ ਦੇ ਵਿੱਚ, ਤੇਜਾ ਸਿੰਘ ਲਿਖਦੇ ਨੇ। ਕਹਿੰਦੇ ਸੰਤ ਜੀ ਉਹਨਾਂ ਦੇ ਘਰ ਆਏ, ਕੀਰਤਨ ਹੋਇਆ, ਅੰਮ੍ਰਿਤ ਸੰਚਾਰ ਹੋਇਆ, ਲੰਗਰ ਹੋਇਆ, ਅਤੇ ਗੁਲਾਬ ਸਿੰਘ ਦੀ ਪਤਨੀ ਉਹਨਾਂ ਦੇ ਸਾਹਮਣੇ ਖੜ ਗਈ। ਅਤੇ ਸੰਤ ਜੀ ਕਹਿੰਦੇ ਬੀਬਾ ਜੀ ਤੁਸੀਂ ਕਿਉਂ ਖੜੇ ਹੋ? ਅਤੇ ਸੰਗਤਾਂ ਨੇ ਕਿਹਾ ਸੰਤ ਜੀ ਇਹਨਾਂ ਦੇ ਘਰ ਔਲਾਦ ਨਹੀਂ ਹੈ, ਇਹਨਾਂ ਨੂੰ ਔਲਾਦ ਦੀ ਦਾਤ ਦਿਓ। ਅਤੇ ਸੰਤ ਜੀ ਨੇ ਇੱਕੋ ਗੱਲ ਕਹੀ, ਕਹਿੰਦੇ ਬੀਬਾ ਜੀ ਜੇ ਅੱਜ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵੀ ਮੰਗ ਲੈਂਦੇ ਨਾ ਤੇ ਅੱਜ ਉਹ ਵੀ ਹੋ ਜਾਣੇ ਸੀ, ਪਰ ਤੁਸਾਂ ਨੇ ਇਹ ਮੰਗਿਆ ਤੇ ਗੁਰੂ ਨਾਨਕ ਸਾਹਿਬ ਤੁਹਾਡੀ ਝੋਲੀ 'ਚ ਇਹੀ ਪਾਉਣਗੇ। ਕਦੀ ਵੀ ਉਹਨਾਂ ਨੇ ਆਪਣੇ ਆਪ ਨੂੰ ਸੰਤ ਨਹੀਂ ਆਖਿਆ।
ਔਰ ਤੁਸੀਂ ਹੈਰਾਨ ਹੋਵੋਗੇ, ਲਾਹੌਰ ਦੀ ਧਰਤੀ ਤੇ, ਡੇਰਾ ਸਾਹਿਬ ਦੀ ਧਰਤੀ ਤੇ ਗਿਆਨੀ ਦਿੱਤ ਸਿੰਘ ਹੋਰੀ ਆਏ। ਦੇਖੋ ਕਿਹਨਾਂ ਕਿਹਨਾਂ ਨੇ ਅੰਮ੍ਰਿਤ ਛਕਿਆ, ਕੋਈ ਅੰਤ ਨਹੀਂ, ਲੱਖਾਂ ਪ੍ਰਾਣੀ। ਪਰ ਉਂਗਲਾਂ ਦੇ ਪੋਟਿਆਂ ਤੇ ਜੇ ਗਿਣੋਗੇ, ਮਾਸਟਰ ਤਾਰਾ ਸਿੰਘ ਨੇ 30 ਸਾਲ ਦੀ ਉਮਰ ਦੇ ਵਿੱਚ ਸੰਤਾਂ ਦੇ ਦੀਦਾਰ ਕੀਤੇ ਤੇ ਚਰਨਾਂ 'ਚ ਪੈ ਗਏ। ਸਿਰਫ 30 ਸਾਲ ਉਮਰ ਸੀ ਸੰਤਾਂ ਦੀ, ਜਿਸ ਵੇਲੇ ਮਾਸਟਰ ਤਾਰਾ ਸਿੰਘ ਨੇ ਖੰਡੇ ਬਾਟੇ ਦੀ ਪੌਲ ਲਈ ਹੈ। ਗਿਆਨੀ ਦਿੱਤ ਸਿੰਘ ਵਰਗੇ, ਪ੍ਰੋਫੈਸਰ ਸਾਹਿਬ ਸਿੰਘ ਵਰਗੇ, ਇਹ ਸਾਰੀ ਉਹਨਾਂ ਦੀ ਛਹਿਬਰਾਂ ਸਨ। ਤੇ ਪ੍ਰਿੰਸੀਪਲ ਜੋਤ ਸਿੰਘ ਖਾਲਸਾ ਕਾਲਜ ਦੀ ਕਿੱਡੀ ਵੱਡੀਆਂ ਸ਼ਖਸੀਅਤਾਂ ਨੇ। ਇਸ ਕਰਕੇ ਗੁਰੂ ਪਿਆਰਿਓ, ਬਸ ਮੈਂ 2 ਮਿੰਟ ਆਪ ਸੰਗਤਾਂ ਦੇ ਲਾਂਗਾ। ਜਿਸ ਤਰ੍ਹਾਂ ਸੰਤ ਅਤਰ ਸਿੰਘ ਜੀ ਨੇ ਵਾਹਿਗੁਰੂ ਸਿਮਰਨ ਕਰਾਇਆ, ਜੋਟੀਆਂ ਦੇ ਵਿੱਚ ਸ਼ਬਦ ਪੜਵਾਏ ਨੇ, ਕਰੋ ਅੱਖਾਂ ਬੰਦ ਸਾਰੇ। ਦਾਸ ਪਹਿਲਾਂ ਵਾਹਿਗੁਰੂ ਬੋਲੇਗਾ, ਪਹਿਲੇ ਸਾਰੇ ਭਾਈ ਵਾਹਿਗੁਰੂ ਬੋਲਣਗੇ, ਫਿਰ ਉਸ ਤੋਂ ਬਾਅਦ ਬੀਬੀਆਂ ਬੋਲਣਗੀਆਂ, ਜਿਵੇਂ ਸੰਤਾਂ ਨੇ ਇਹ ਸਿਮਰਨ ਕਰਾਣਾ। ਕਰੋ ਅੱਖਾਂ ਬੰਦ ਸਾਰੇ, ਧਿਆਨ ਇਕਾਗਰ ਕਰੋ, ਸਤਿਗੁਰ ਅੱਗੇ ਅਰਦਾਸ ਕਰੋ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ, ਪਹਿਲਾਂ ਭਾਈ ਤੇ ਫਿਰ ਬੀਬੀਆਂ। ਵਾਹਿਗੁਰੂ ਭਾਈ, ਬੀਬੀਆਂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੁਰੂ ਰੂਪ ਸਾਧ ਸੰਗਤ ਜੀ, ਸੰਤ ਅਤਰ ਸਿੰਘ ਨੇ ਨਾ ਸਿਰਫ ਇੱਥੇ ਸੰਤ ਬਣਾਏ ਨੇ, ਬਲਕਿ ਸਾਧ ਸਕਾਲਰ ਬਣਾਏ ਨੇ। 150 ਅਕਾਲ ਅਕੈਡਮੀਆਂ, ਅਕਾਲ ਅਕੈਡਮੀ ਦੇ ਨਾਮ ਦੇ ਵਿੱਚ 150 ਐਡੂਕੇਸ਼ਨਲ ਇੰਸਟੀਟਿਊਸ਼ਨ ਚੱਲ ਜਾਣੇ, ਇਹ ਉਹਨਾਂ ਦਾ ਤਪ ਤੇਜ ਹੈ। ਤੇ ਅੱਜ ਆਪਣੇ ਬੱਚਿਆਂ ਨੂੰ ਤੁਸੀਂ ਛੋਟੀ ਕਲਾਸ ਫਸਟ ਤੋਂ ਭੇਜ ਦਿਓ, ਤੁਸੀਂ ਬੇਫਿਕਰ ਹੋ ਜਾਓ। ਤੁਹਾਡੇ ਬੱਚੇ 12ਵੀਂ ਤੱਕ ਐਡੂਕੇਸ਼ਨ ਕੱਲੀ ਇੱਥੇ ਨਹੀਂ, ਸਾਬੋ ਕੀ ਤਲਵੰਡੀ 'ਚ ਉੱਚ ਤੋਂ ਉੱਚ ਵਿਦਿਆਵਾਂ ਦਾ ਉਹਨਾਂ ਕੋਲ ਸਤਿਗੁਰੂ ਜੀ ਦੀ ਕਿਰਪਾ ਨਾਲ ਅਕਾਲ ਅਕੈਡਮੀ ਦੇ ਵਿੱਚ ਇੰਨੀਆਂ ਬਰਕਤਾਂ ਨੇ। ਗੁਰੂ ਕੇ ਸਿੱਖੋ, ਅੱਜ ਤੁਹਾਡੇ ਕੋਲ ਬਹੁਤ ਵੱਡੀ ਸੰਸਥਾ ਹੈ ਅਕਾਲ ਅਕੈਡਮੀ। ਇਹ ਕੋਈ ਛੋਟੀ ਸੰਸਥਾ ਨਹੀਂ, ਇੱਕੋ ਇੱਕ ਸੰਸਥਾ ਹੈ ਜਿਹੜੀ ਵਿਦਿਆ ਦੇ ਵਿੱਚ, ਜਿਹੜਾ ਥਿੰਕ ਟੈਂਕ ਕ੍ਰੀਏਟ ਕਰ ਰਹੀ ਹੈ। ਆਪਣੇ ਬੱਚਿਆਂ ਨੂੰ ਭੇਜੋ। ਤੇ ਇਹਨਾਂ ਹੀ ਥਾਵਾਂ ਤੋਂ ਇੱਕੋ ਸੰਤ ਤੇਜਾ ਸਿੰਘ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ 1000 ਸੰਤ ਤੇਜਾ ਸਿੰਘ ਇਹ ਅਕੈਡਮੀ ਪੈਦਾ ਕਰੇਗੀ, ਇਹ ਯਾਦ ਰੱਖਿਓ। ਔਰ ਸੰਤ ਤੇਜਾ ਸਿੰਘ ਨੇ ਇੱਕੋ ਹੀ ਗੱਲ ਕਹੀ ਸੀ ਆਪਣੀ ਵਹੁਟੀ ਨੂੰ, ਕਿਉਂਕਿ ਉਹਨਾਂ ਨੇ ਕੋਲੰਬੀਆ ਤੋਂ AM ਦੀ ਡਿਗਰੀ ਲਈ ਹੈ। 2nd ਸਮੈਸਟਰ ਦੀ ਫੀਸ ਨਹੀਂ ਉਹਨਾਂ ਤੋਂ ਇਕੱਠੀ ਹੋਈ ਸੀ। ਉਹਨਾਂ ਨੇ ਕੋਲੰਬੀਆ ਤੋਂ ਹੀ ਅਰਦਾਸ ਕੀਤੀ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਸਿਮਰਨ ਬੰਦਗੀ ਕੀਤੀ। ਉਹਨਾਂ ਦੇ ਮਨ 'ਚ ਫੁਰਨਾ ਆਇਆ, ਉਹਨਾਂ ਨੇ ਆਪਣੀ ਧਰਮ ਪਤਨੀ ਨੂੰ ਪੁੱਛਿਆ ਕਿ ਪਹਿਲੇ ਸਮੈਸਟਰ ਦੀ ਫੀਸ ਤੇ ਅਸੀਂ ਕੱਪੜਾ ਲੀੜਾ ਬੁਣ ਕੇ ਵੇਚ ਕੇ ਸਭ ਕੁਝ, ਗਲਾਫ ਬੁਣੇ ਜੀ ਉਹਨਾਂ ਨੇ ਸਿਲੇ, ਪਹਿਲੇ ਸਮੈਸਟਰ ਦੀ ਫੀਸ ਇਕੱਠੀ ਕੀਤੀ। ਕਹਿੰਦੇ ਇਸ ਫੀਸ ਕਿਉਂ ਨਹੀਂ ਇਕੱਠੀ ਹੋ ਰਹੀ? ਉਹਨਾਂ ਨੇ ਆਪਣੀ ਪਤਨੀ ਨੂੰ ਪੁੱਛਿਆ ਕਿ ਤੇਰੇ ਮਨ ਦੇ ਵਿੱਚ ਕਿਤੇ ਖਿਆਲ ਤੇ ਨਹੀਂ ਆ ਗਿਆ ਕਿ ਅਸੀਂ ਪੜ੍ਹ ਲਿਖ ਜਾਵਾਂਗੇ, 4 ਪੈਸੇ ਵੱਧ ਕਮਾਵਾਂਗੇ, ਇੱਥੇ ਸਾਡੇ ਕੋਲ ਸਵਾਰੀਆਂ, ਇੱਥੇ ਬੜਾ ਮਾਣ ਤਾਣ ਹੋਏਗਾ? ਧਰਮ ਪਤਨੀ ਕਹਿੰਦੀ ਜੀ ਹਾਂ ਮੈਂ ਸੋਚਿਆ। ਕਹਿੰਦੇ ਤੂੰ ਬਹੁਤ ਨਾਪਾਕ ਸੋਚ ਸੋਚੀ ਹੈ, ਤੂੰ ਉਹਨਾਂ ਦੀ ਵਰਸਾਈ ਹੋਈ ਹੈ ਜਿਨ੍ਹਾਂ ਨੂੰ ਸੰਤ ਅਤਰ ਸਿੰਘ ਕਹਿੰਦੇ ਹੈ। ਤੇ ਸਾਡਾ ਜੀਵਨ ਸਦਾ ਹੀ ਸਿੱਖ ਸੇਵਾ ਨੂੰ, ਸਿੱਖੀ ਦੀ, ਕਿਉਂਕਿ ਸੇਵ ਕਰੀ ਇਨਹੀ ਕੋ ਭਾਵਤ, ਔਰ ਕੋ ਸੇਵ ਨਾ ਭਾਵਤ ਜੀ ਕੋ। ਕਹਿੰਦੇ ਅਸੀਂ ਸੇਵਾ ਕਰਨ ਵਾਸਤੇ ਆਏ ਹਾਂ। ਇਹ ਖਿਆਲ ਕਦੀ ਨਹੀਂ ਲਿਆਉਣਾ ਕਿ ਸਾਡਾ ਮਾਣ ਹੋਏਗਾ, ਸਾਡਾ ਤਾਣ ਹੋਏਗਾ, 4 ਪੈਸੇ ਸਾਡੇ ਕੋਲ ਹੋਣਗੇ। ਉਸੀ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਗੁਰਦੁਆਰਾ ਸਾਹਿਬ ਉਹਨਾਂ ਨੇ ਕੋਲੰਬੀਆ ਜਾ ਕੇ ਮਾਫੀ ਮੰਗੀ।
ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਕਿ ਸੱਚੇ ਪਾਤਸ਼ਾਹ ਸਾਡੇ ਤੋਂ ਗਲਤੀ ਹੋ ਗਈ, ਇਹ ਵਿਦਿਆ, ਇਹ ਮਾਣ ਤਾਣ, ਇਹ ਬਾਹਰ ਦੀ ਦੌਲਤ ਵਾਸਤੇ ਨਹੀਂ, ਸਿਰਫ ਸਿੱਖੀ ਦੀ ਸੇਵਾ ਵਾਸਤੇ, ਗੁਰੂ ਨਾਨਕ ਸਾਹਿਬ ਦੇ ਬੀਜ ਨੂੰ ਪ੍ਰਫੁੱਲਿਤ ਕਰਨ ਵਾਸਤੇ ਇਹ ਖਿਆਲ ਆਇਆ, ਖਿਮਾ ਬਖਸ਼ਿਓ। ਘਰ ਪਹੁੰਚੇ ਨੇ, ਪਾਣੀ ਦਾ ਗਲਾਸ ਪੀਣ ਲੱਗੇ ਨੇ, ਬਾਹਰ ਦਰਵਾਜ਼ਾ ਖੜਕਿਆ ਤੇ ਉਹਨਾਂ ਦੀ ਯੂਨੀਵਰਸਿਟੀ ਦਾ ਪ੍ਰੋਫੈਸਰ ਆ ਕੇ ਚਿੱਟੇ ਲਿਫਾਫੇ ਦੇ ਵਿੱਚ ਦੇ ਕੇ ਕਹਿੰਦੇ, ਇਹ तेजा सिंह, ये तेरी अगले सेमेस्टर की फीस है। मेरे को किसी ने कहा था कि फीस, ये देखो गुरु की दात है, जे सेवा वास्ते जुड़ोगे तो बड़ियां बरकतां। ते अज अकाल अकैडमी बड़ू साहब दियां होर जिन्नियां संस्थावां ने, भावें चीमा साहब, ये सारे ही सिक्खी दे प्रचार लई, ते जिन्ने घर बैठे हो ते जिन्ने इत्थे मौजूद हो, मैं सिर्फ इक्को बेनती करांगा, जे अपने बच्चियां नूं, अपने बच्चियां दे भविख नूं ਤੇ ਸਿੱਖੀ ਦੇ ਬੀਜ ਨੂੰ ਜੇ ਪ੍ਰਫੁੱਲਿਤ ਰੱਖਣਾ ਹੈ ਤੇ ਬਿਨਾਂ ਸ਼ੰਕਾ ਆਪਣੇ ਬੱਚਿਆਂ ਨੂੰ ਅਕਾਲ ਅਕੈਡਮੀ ਵੱਲ ਭੇਜੋ। ਸਤਿਗੁਰੂ ਜੀ ਬਖਸ਼ਿਸ਼ ਕਰਨ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਸਮਾਂ ਮੈਂ 5-7 ਮਿੰਟ ਵੱਧ ਲੈ ਲਿਆ, ਖਿਮਾ ਬਖਸ਼ਿਓ ਜੀ। ਸਾਰਿਆਂ ਦਾ ਧੰਨਵਾਦ ਹੈ, ਪ੍ਰਬੰਧਕ ਜਨਾਂ ਦਾ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਭ ਤੋਂ ਵੱਧ ਧੰਨਵਾਦ। ਆਪ ਰੱਬ ਰੂਪੀ ਸੰਗਤਾਂ ਦਾ ਧੰਨਵਾਦ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।